ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਜੋਗਿੰਦਰ ਸਿੰਘ ਬਲੱਗਣ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰਨੀ ਦਲਬੀਰ ਕੌਰ, ਅਨੂਪ ਸਿੰਘ, ਰਾਜਵਿੰਦਰ ਸਿੰਘ, ਕਮਲਜੀਤ ਕੌਰ, ਵਿਕਰਮਜੀਤ ਸਿੰਘ, ਰਿੰਪਾਲ ਕੌਰ, ਸੁਖਬੀਰ ਸਿੰਘ, ਰਜਵੰਤ ਕੌਰ, ਕੁਲਦੀਪ ਸਿੰਘ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਗ੍ਰਹਿ ਪਿੰਡ ਬਲੱਗਣ, ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਜੋਗਿੰਦਰ ਸਿੰਘ ਬਲੱਗਣ ਜੀ ਦਾ ਜਨਮ ਪਿਤਾ ਸਰਦਾਰ ਹਰਜਾਰਾ ਸਿੰਘ ਜੀ ਦੇ ਘਰ ਮਾਤਾ ਸਰਦਾਰਨੀ ਚਰਨ ਕੌਰ ਹੁਣਾਂ ਦੀ ਕੁੱਖੋਂ ਸਨ 1955 ਵਿੱਚ ਪਿੰਡ ਬਲੱਗਣ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਮੁੱਢਲੀ ਸਿੱਖਿਆ ਆਪ ਜੀ ਨੇ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ। ਉਪਰੰਤ 8ਵੀਂ ਦੀ ਪੜ੍ਹਾਈ ਆਪ ਜੀ ਨੇ ਕਾਲਾਬਾਲਾ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਆਪ ਜੀ ਹੁਣੇ 3 ਭੈਣ ਭਰਾ ਸਨ ਅਤੇ ਆਪ ਜੀ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਆਪਣੇ ਖੇਤੀਬਾੜੀ ਦੇ ਧੰਦੇ ਵਿੱਚ ਜੁਟ ਗਏ। ਆਪ ਜੀ ਨੇ ਆਪਣੇ ਕੰਮ ਨੂੰ ਬਹੁਤ ਹੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੀਤਾ। ਆਪ ਜੀ ਨੂੰ ਤੀਰਥ ਯਾਤਰਾਵਾਂ ਕਰਨ ਦਾ ਬਹੁਤ ਸ਼ੌਂਕ ਸੀ ਅਤੇ 15-16 ਵਾਰ ਆਪ ਜੀ ਨੇ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਕੀਤੇ। ਆਪ ਜੀ ਦਾ ਵਿਆਹ ਸਨ 1978 ਵਿੱਚ ਸਰਦਾਰਨੀ ਦਲਬੀਰ ਕੌਰ ਹੁਣਾਂ ਨਾਲ ਹੋਇਆ। ਆਪ ਜੀ ਦੇ ਘਰ 2 ਪੁੱਤਰਾਂ ਅਨੂਪ ਸਿੰਘ ਅਤੇ ਰਾਜਵਿੰਦਰ ਸਿੰਘ ਅਤੇ 3 ਧੀਆਂ ਕਮਲਜੀਤ ਕੌਰ, ਰਿੰਪਾਲ ਕੌਰ ਅਤੇ ਰਜਵੰਤ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੀਆਂ ਬੇਟੀਆਂ ਆਪੋ ਆਪਣੇ ਘਰਾਂ ਵਿੱਚ ਖੁਸ਼ੀ ਵਿਅਹਤਾ ਜੀਵਨ ਬਤੀਤ ਕਰ ਰਹੀਆਂ ਹਨ ਅਤੇ ਆਪ ਜੀ ਦੇ ਵੱਡੇ ਪੁੱਤਰ ਸਰਦਾਰ ਅਨੂਪ ਸਿੰਘ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਠਿਆਲੀ ਜ਼ੋਨ ਦੇ ਜਨਰਲ ਸਕੱਤਰ ਹਨ ਅਤੇ ਕਿਸਾਨੀ ਸੰਘਰਸ਼ ਵਿੱਚ ਆਪ ਜੀ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਆਪ ਜੀ ਦੇ ਛੋਟੇ ਬੇਟੇ ਸਰਦਾਰ ਰਾਜਵਿੰਦਰ ਸਿੰਘ ਜੀ ਵਿਦੇਸ਼ ਵਿੱਚ ਨੌਕਰੀ ਕਰ ਰਹੇ ਹਨ। ਆਪ ਜੀ ਦਾ ਸਾਰਾ ਪਰਿਵਾਰ ਬਹੁਤ ਹੀ ਪੜ੍ਹਿਆ ਲਿਖਿਆ ਅਤੇ ਮਿਹਨਤੀ ਪਰਿਵਾਰ ਹੈ। ਸਰਦਾਰ ਜੋਗਿੰਦਰ ਸਿੰਘ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚ ਲੈਂਦੇ ਸਨ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਇਨ੍ਹਾਂ ਸਾਰੇ ਸੰਸਕਾਰਾਂ ਤੇ ਆਪ ਜੀ ਦਾ ਸਮੁੱਚਾ ਪਰਿਵਾਰ ਚੱਲ ਰਿਹਾ ਹੈ। जो तन तै अपनो कर मानियो, जो तन तै अपनो कर मानियो, और सुंदर ग्रह नारी, और सुंदर ग्रह नारी, इनमें कछ तेरो रेना है न, इनमें कछ तेरो रेना है। देखो सोच बिचारी, देखो सोच बिचारी, देखो सोच बिचारी, देखो सोच बिचारी। मन रे कहाँ पयो ते बोरा, कहाँ पयो ते बोरा। मन रे कहाँ पयो ते बोरा, कहाँ पयो ते बोरा। अहनस औद कट नहीं जाने, अहनस औद कट नहीं जाने। पयो लोभ संग होरा, पयो लोभ संग होरा। मन रे कहाँ पे
जन्म अपनो ते हारियो, रतन जन्म अपनो ते हारियो, गोबिंद गत नहीं जानी। गोबिंद गत नहीं जानी, निमख नलीन पयो चरणन स्यो। निमख नलीन पयो चरणन स्यो, बिरथायो दसरानी। बिरथायो दसरानी, बिरथायो दसरानी, बिरथायो दसरानी। मन रे कहा पयो ते बोरा, कहा पयो ते बोरा। मन रे कहा पयो ते बोरा, कहा पयो ते बोरा। कहो नानक सोई नर सुखिया, कहो नर, कहो नानक सोई नर सुखिया। कहो नानक सोई नर सुखिया। सोई नर सुखिया। कहो नानक सोई नर सुखिया, सोई नर सुखिया। राम नाम गुण गावे, राम नाम गुण गावे। राम नाम गुण गावे। कहो नानक सोई नर सुखिया। राम नाम गुण गावे। कहो नानक सोई नर सुखिया। कहो नानक सोई नर सुखिया। राम नाम गुण गावे। राम नाम गुण गावे और सगल जग माया मोहिया। और सगल जग माया मोहिया। निर्भय पद नहीं पावे। निर्भय पद नहीं पावे। निर्भय पद नहीं पावे। निर्भय पद नहीं पावे।
मन रे कहाँ पयो तै बोरा, कहाँ पयो तै बोरा। मन रे कहाँ पयो तै बोरा, कहाँ पयो तै बोरा। एहनस औद कट नहीं जाने, एहनस औद कट नहीं जाने। पयो लोभ संग औरा, पयो लोभ संग औरा। मन रे कहाँ पयो तै बोरा, कहाँ पयो तै बोरा। मन रे कहाँ पयो तै बोरा, कहाँ पयो तै बोरा, कहाँ पयो तै बोरा। ज्यों ज्यों तेरा हुक्म तिवैं त्यों होवना। ज्यों ज्यों तेरा हुक्म तिवैं त्यों होवना। जह जह रखै आप तै जाए खड़ो बना। जह जह रखै आप तै जाए खड़ो बना। ज्यों ज्यों तेरा हुक्म तिवैं त्यों होवना। ज्यों ज्यों तेरा हुक्म तिवैं त्यों होवना। जह जह रखै आप तै जाए खड़ो बड़ा। जह जह रखै आप तै जाए खड़ो बड़ा। ज्यों ज्यों तेरा हुक्म तिवैं त्यों होवना। ज्यों ज्यों तेरा हुक्म तिवैं त्यों होवना। नाम तेरे के रंग दुर्मत तोड़ना। नाम तेरे के रंग दुर्मत तोड़ना। जप जप तो निरंकार परम पाऊ खोवना। जप जप तो निरंकार परम पाऊ खोवना। जह जह रखै आप तै जाए खड़ो बड़ा। जह जह रखै आप तै जाए खड़ो बड़ा। ज्यों ज्यों तेरा हुक्म तिवैं त्यों हो
ਖੜੋਵਣਾ ਜਿਉ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਿਉ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜੋ ਤੇਰਾ ਰੰਗ ਰਤੇ ਸੇ ਜੋਨ ਨ ਜੋਵਣਾ ਜੋ ਤੇਰਾ ਰੰਗ ਰਤੇ ਸੇ ਜੋਨ ਨ ਜੋਵਣਾ ਅੰਤਰ ਬਾਹਰ ਇੱਕ ਨੈਣ ਲੋਵਣਾ ਅੰਤਰ ਬਾਹਰ ਇੱਕ ਨੈਣ ਲੋਵਣਾ ਜਹ ਜਹ ਰਖੈ ਆਪ ਤੈ ਜਾਇ ਖੜੋਵਣਾ ਜਹ ਜਹ ਰਖੈ ਆਪ ਤੈ ਜਾਇ ਖੜੋਵਣਾ ਜਿਉ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਿਉ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹ ਜਹ ਰਖੈ ਆਪ ਤੈ ਜਾਇ ਖੜੋਵਣਾ ਜਹ ਜਹ ਰਖੈ ਆਪ ਤੈ ਜਾਇ ਖੜੋਵਣਾ ਜਿਉ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਿਉ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਿਨ ਪਛਾਤਾ ਹੁਕਮ ਤਿਨ ਕਦੇ ਨ ਰੋਵਣਾ ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ ਤਿਨ ਕਦੇ ਨਾ ਰੋਵਣਾ ਕਦੇ ਨਾ ਰੋਵਣਾ ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ ਤਿਨ ਕਦੇ ਨਾ ਰੋਵਣਾ ਨਾਉ ਨਾਨਕ ਬਖਸ਼ੀਸ ਮਨ ਮਾਹੇ ਪਰੋਵਣਾ ਜਿਨੀ
पछाता हुक्म तिन कदे ना रोवना तिन कदे ना रोवना जिन्ने पछाता हुक्म तिन कदे ना रोवना जिन्ने पछाता हुक्म तिन कदे न रोवना नाओ नानक बख्शीस मन माहे परोवना वाहेगुरु 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 नाओ नानक बख्शीस मन माहे परोवना नाओ नानक बख्शीस मन माहे परोवना जह जह रखे आप तै जाए खड़ोवना जह जह रखे आप तै जाए खड़ोवना जो जो तेरा हुक्म तिवै त्यों होवना जो जो तेरा हुक्म तिवै त्यों होवना जह जह रखे आप है जाए खड़ोवना जह जह रखै आप है जाए खड़ोवना जो जो तेरा हुक्म तिवै त्यों होवना जो जो तेरा हुक्म तिवै त्यों होवना तिवै त्यों होवना तिवै त्यों होवना देहो सजण असी सड़िया देहो सजण असी सड़िया जो होवे साहिब स्यों मेल जो होवे साहिब स्यों मेल देहो सजण असी सड़िया देहो सजण असी सड़िया देहो सजण असी सड़िया देहो सजण असी सड़िया संबत साहा लिखिया मिल कर पावो तेल संबत साहा लिखिया मिल कर पावो तेल
साहिब स्यों मेल, जो होवे साहिब स्यों मेल, देहो सजन असीसड़िया, देहो सजन असीसड़िया, देहो सजन असीसड़िया, देहो सजन असीसड़िया। जय कर कीरत आखिए, करते का होए विचारो, तित कर गावो सोहेला, सिवरो सिर जलहारो, तित कर गावो सोहेला, सिवरो सिर जलहारो, जो होवे साहिब स्यों स्यों मेल, जो होवे साहिब स्यों मेल, देहो सज्जन असीसड़िया, देहो सजन असीसड़िया, देहो सज्जन असीसड़िया, देहो सजन असीसड़िया। तुम गाओ मेरे निरपौ का सोहला, हमारी जित सोहला सदा सुख होए। तुम गाओ मेरे निरपौ का सोहला, हमारी जित सोहला सदा सुख होए। नित नित जियड़े संभालियन, देखेगा देवनहार, तेरे दाने कीमत ना पवे, तिस दाते कवण सुमार। संबत साल लिखिया मिल कर पावो तेल, जो होवे साहिब स्यों मेल, जो होवे साहिब स्यों मेल, देहो सजन असीसड़िया, देहो सजन असीसड़िया, देहो सजन असीसड़िया, देहो सजन असीसड़िया। घर करे हो पहुँचा, सगड़े नित पवन, घर कर एहो पहुँचा, सदड़े नित पवन, सदनहारा सिमरिਐ नानक से दे आवन। घर कर एहो पहुँचा, आ ਜਿਹੜੇ ਸਾਡੇ ਸਰੀਰ ਰੂਪੀ ਘਰ ਨੇ, ਜਿਹੜਾ ਸਦਾ ਭਾਈ ਸਾਹਿਬ ਨੂੰ ਆਇਆ ਨਾ, ਇਹ ਸਦਾ ਹਰੇਕ ਘਰ ਵਿੱਚ ਆਵੇਗਾ। ਹਰੇਕ ਘਰ ਕਿਆ ਸਰੀਰ ਤੇ ਕੋਈ ਐਸਾ ਘਰ ਨਹੀਂ ਜਿੱਥੇ ਸਦਾ ਨਹੀਂ ਪਹੁੰਚੇਗਾ, ਇਹ ਮਿਲੇਗਾ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵੰਤ। ਇਹ ਜਿਹੜਾ ਸੱਦਾ ਪਿਆ ਭਾਈ ਸਾਹਿਬ ਜੀ ਨੂੰ, ਇਹ ਸੱਦੇ ਨਿਤ ਹੀ ਪੈਂਦੇ ਹੀ ਰਹਿਣਗੇ। ਕਹਿਣ ਤੋਂ ਭਾਵ ਇਸ ਧਰਤੀ ਤੇ ਜਨਮ ਹੁੰਦੇ ਰਹਿਣਗੇ ਤੇ ਨਾਲ ਮੌਤ ਵੀ ਹੁੰਦੀ ਰਹੇਗੀ।
ਜਿੱਥੇ ਜਨਮ ਹੈ ਉੱਥੇ ਹੀ ਮੌਤ ਹੈ। ਜੀਵ ਦਾ ਜਨਮ ਬਾਅਦ ਚ ਹੁੰਦਾ ਹੈ, ਲੇਕਿਨ ਉਹਦੀ ਮੌਤ ਪਹਿਲਾਂ ਲਿਖੀ ਜਾਂਦੀ ਹੈ, ਮਰਨ ਤੋਂ ਪਹਿਲਾਂ ਮੌਤ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਗਵਾਨ, ਸੱਦਣਹਾਰਾ ਸਿਮਰਿਐ ਨਾਨਕ ਸੇ ਮਨ। ਮਹਾਤਮਾ ਬੁੱਧ ਜੀ ਕੀ ਦੇਖਦੇ ਨੇ, ਉਹਨਾਂ ਕੋਲ ਇੱਕ ਔਰਤ ਆਈ। ਉਸ ਬੀਬੀ ਨੇ ਛੋਟਾ ਜਿਹਾ ਬੱਚਾ ਚੁੱਕਿਆ, ਉਹ ਬੱਚੇ ਦੀ ਡੈਥ ਹੋ ਗਈ, ਉਹ ਮਰ ਗਿਆ ਸੀ ਤੇ ਬੜਾ ਵਰਲਾਪ ਕਰਦੀ ਮਹਾਤਮਾ ਜੀ ਕੋਲ ਆਈ, ਕਹਿਣ ਲੱਗੀ ਕਿ ਮਹਾਂਪੁਰਸ਼ੋ, ਜੋ ਕੁਝ ਮੇਰੇ ਨਾਲ ਹੋਇਆ ਕਿਸੇ ਨਾਲ ਨਾ, ਸ਼ਾਇਦ ਕਿਸੇ ਨਾਲ ਹੋਇਆ ਹੀ ਨਾ ਹੋਵੇ। ਮਹਾਤਮਾ ਜੀ ਸਿਆਣੇ ਸਨ, ਉਹਨਾਂ ਬੀਬੀ ਦਾ ਭੁਲੇਖਾ ਕੱਢਣਾ ਸੀ। ਕਹਿਣ ਲੱਗੇ, ਜਾ ਬੀਬਾ, ਲਾਗੇ ਇੱਕ ਪਿੰਡ ਹੈ, ਤੂੰ ਉਸ ਘਰ ਵਿੱਚੋਂ 1 ਕਿਲੋ ਮਾਂਹ ਲੈ ਕੇ ਆਉਣੇ, ਜਿਸ ਘਰ 'ਚ ਕਦੀ ਮੌਤ ਨਾ ਹੋਈ ਹੋਵੇ। ਔਰ ਉਹ ਬੀਬੀ ਜਾਂਦੀ ਹੈ ਨਗਰ ਵਿੱਚ, ਉਹਨੇ ਮਾਂਹ ਉੱਥੋਂ ਲੈਣਾ ਕਿ ਜਿਸ ਘਰ 'ਚੋਂ ਕਦੀ ਮੌਤ ਨਾ ਹੋਈ ਹੋਵੇ। ਉਹ ਲੋਕਾਂ ਬੜਿਆਂ ਦੇ ਕੁੰਡੇ ਖੜਕਾਉਂਦੀ ਹੈ, ਬੜਿਆਂ ਦੇ ਬੂਹੇ ਖਲਾਉਂਦੀ ਆ। ਕੋਈ ਕਹਿੰਦਾ ਮੇਰੇ ਘਰੋਂ 1 ਤੁਰ ਗਿਆ, ਕੋਈ ਕਹਿੰਦਾ ਮੇਰੇ ਘਰੋਂ 2 ਤੁਰ ਗਏ, ਕੋਈ ਕਹਿੰਦਾ ਸਾਡੇ ਘਰੋਂ 3 ਤੁਰ ਗਏ। ਉਹਨੂੰ ਕੋਈ ਐਸਾ ਘਰ ਨਹੀਂ ਲੱਭਾ ਜਿਸ ਘਰ 'ਚ ਕਿਤੇ ਮੌਤ ਨਾ ਹੋਈ ਹੋਵੇ। ਤੇ ਵਾਪਸ ਆ ਗਈ, ਆਣ ਕੇ ਕਹਿਣ ਲੱਗੀ, ਮਹਾਤਮਾ ਜੀ, ਮੈਨੂੰ ਕੋਈ ਐਸਾ ਘਰ ਨਹੀਂ ਲੱਭਾ ਜਿੱਥੇ ਕਦੀ ਮੌਤ ਨਾ ਹੋਈ ਹੋਵੇ। ਤੇ ਔਰ ਫਿਰ ਮਹਾਤਮਾ ਜੀ ਨੇ ਬੀਬੀ ਨੂੰ ਕਿਹਾ, ਸਮਝਾਇਆ ਕਿ ਦੇਖ, ਇਹ ਜੋ ਕੁਝ ਹੋਇਆ ਤੇਰੇ ਨਾਲ ਇਕੱਲੀ ਨਾਲ ਨਹੀਂ ਹੋਇਆ। ਚਿੰਤਾ ਤਾਂ ਕੀ ਕੀਜੀਏ ਜੇ ਅਨਹੋਣੀ ਹੋਏ। ਇਹਨੂੰ ਅਨਹੋਣੀ ਨਹੀਂ ਕਹਿ ਸਕਦੇ, ਅਨਹੋਣੀ ਤਾਂ ਕਹਿ ਸਕਦੇ ਹਾਂ ਜੇ ਸੰਸਾਰ 'ਤੇ ਇੱਕ ਪਹਿਲੀ ਮੌਤ ਹੋਈ ਹੋਏ, ਫੇਰ ਵਾ। ਇੱਥੇ ਬੜੀਆਂ ਮੌਤਾਂ ਹੋਈਆਂ, ਅਨਹੋਣੀ ਨਹੀਂ ਕਹਿ ਸਕਦੇ। ਚਿੰਤਾ ਤਾਂ ਉਸ ਗੱਲ ਦੀ ਚਿੰਤਾ ਕਰੋ ਜੋ ਅਨਹੋਣੀ ਹੋਵੇ। ਤੇ ਮਹਾਤਮਾ ਜੀ ਨੇ ਕਿਹਾ ਕਿ ਬੀਬੀ ਦੇਖ ਲੈ, ਕੋਈ ਘਰ ਐਸਾ ਨਹੀਂ ਜਿੱਥੇ ਮੌਤ ਨਾ ਹੋਈ ਹੋਵੇ। ਜਿੱਦਾਂ ਉਹਨਾਂ ਸਬਰ ਕੀਤਾ, ਉਹਨਾਂ ਭਾਣਾ ਮੰਨਿਆ, ਤੈਨੂੰ ਵੀ ਮੰਨਣਾ ਪੈਣਾ। ਘਰ ਘਰ ਇਹੋ ਪਹੁੰਚਾ ਸਦੜੇ ਨੇ ਤਪਵਾਨ। ਇਸ ਕਰਕੇ ਅੱਗੇ ਗੁਰੂ ਨਾਨਕ ਸਾਹਿਬ ਜੀ ਵਚਨ ਕਰਦੇ ਨੇ, ਉਪਦੇਸ਼ ਕਰਦੇ ਨੇ, ਸੱਦਣਹਾਰਾ ਸਿਮਰਿਐ ਨਾਨਕ ਸੇ ਦੇਵਨ। ਜਿਹੜਾ ਸਾਨੂੰ ਸੱਦੇ ਭੇਜਦਾ ਨਾ, ਉਹਦਾ ਚਿੰਤਨ ਕਰੋ, ਉਹਨੂੰ ਯਾਦ ਰੱਖੋ। ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆ। ਜੇ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਇਹ ਪਰਮਾਤਮਾ ਦੇ ਵਚਨ ਨੇ ਕਿ ਪਹਿਲਾ ਮਰਨ ਕਬੂਲ, ਤੂੰ ਮੌਤ ਨੂੰ ਯਾਦ ਰੱਖ। ਜਿਸ ਮਨੁੱਖ ਨੂੰ ਮੌਤ ਨਹੀਂ ਯਾਦ, ਉਹ ਪਾਪ ਕਰੇਗਾ, ਉਹਨੂੰ ਰੱਬ ਨਹੀਂ ਚੇਤੇ ਆਵੇ। ਜੇ ਕਿਤੇ ਰਾਤ ਨੂੰ ਸੌਣ ਲੱਗਿਆ ਮਨ 'ਚ ਖਿਆਲ ਆ ਜੇ ਕਿ ਅੱਜ ਮੈਂ ਰਾਤ ਨੂੰ ਮਰ ਜਾ ਤਾਂ ਕਿੱਥੇ ਜਾਵਾਂਗਾ, ਉਹਨੂੰ ਜ਼ਰੂਰ ਪਰਮਾਤਮਾ ਚੇਤੇ ਆਵੇਗਾ। ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ। ਕਹਿੰਦੇ ਹਰੇਕ ਸਾਹ ਦੇ ਨਾਲ ਮੌਤ ਨੂੰ ਨੇੜੇ ਤੋਂ ਨੇੜੇ ਸਮਝ, ਕਦੋਂ ਵੀ ਆ ਸਕਦਾ, ਉਹਦਾ ਕੋਈ ਸਮਾਂ ਨਹੀਂ ਵਿਚਿਆ, ਕਿਸੇ ਨੂੰ ਨਹੀਂ ਪਤਾ। ਜੀਵਨ ਕੀ ਛੜਿਆਸ, ਜਿਉਣ ਦੀ ਆਸ ਛੱਡ ਦੇ। ਜਿਉਣ ਦੀ ਆਸ ਝੂਠੀ ਹੈ, ਜਿਉਣਾ ਝੂਠ, ਮਰਨਾ ਸੱਚ। ਕਿਉਂਕਿ ਜਿਉਣ ਦਾ ਪਤਾ ਹੀ ਕੋਈ ਨਹੀਂ ਕਿੰਨਾ ਕੁ ਚਿਰ ਜਿਉਣਾ, ਪਰ ਮਰਨਾ ਤਾਂ ਸੱਚ ਹੈ ਨਾ, ਇਹ ਗੱਲ ਤੇ ਪੱਕੀ ਹੈ। ਜੀਵਨ ਕੀ ਛੜਿਆਸ ਉਹ ਸਭਨਾ ਕੀ ਰੇਣਕਾ। ਸਾਰੀ ਦੁਨੀਆ ਨਾਲੋਂ ਆਪਣੇ ਆਪ ਨੂੰ ਮਾੜਾ ਸਮਝ। ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਭਲੋ ਸਭ ਕੋਏ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਇਹ ਸੋਚਿਆ ਕਰ ਕਿ ਮੈਂ ਹੀ ਮਾੜਾ, ਸਾਰੀ ਦੁਨੀਆ ਚੰਗੀ। ਹੋ ਸਭਨਾ ਕੀ ਰੇਣਕਾ, ਸਾਰਿਆਂ ਦੀ ਰੇਣ ਹੋ ਜਾ, ਧੂੜੀ ਬਣ ਜਾ। ਤਾਓ ਆਓ ਹਮਾਰੇ ਪਾਸ, ਤੂੰ ਫੇਰ ਮੇਰੇ ਕੋਲ ਆ ਸਕਦਾ। ਬੜੀ ਔਖੀ ਖੇਡ ਹੈ, ਜਨ ਨਾਨਕ ਖੇਡ ਕੱਟ ਹੈ, ਕਿਹਨੂੰ ਗੁਰਮੁਖ ਜਾਣਾ। ਆਪਣੀ ਹੋਂਦ ਖਤਮ ਕਰਨੀ ਪੈਂਦੀ, ਆਪਣੇ ਆਪ ਨੂੰ ਸੰਸਾਰ ਵੱਲੋਂ ਮਾਰਨਾ ਪੈਂਦਾ। ਤੇ ਮਾਰ ਕਹਿੰਦੇ ਨੇ ਸੱਦਣਹਾਰਾ ਸਿਮਰਿਐ। ਜਿਹੜਾ ਸਾਨੂੰ ਸੱਦੇ ਭੇਜਦਾ ਹੈ, ਉਹਦਾ ਚਿੰਤਨ ਕਰੋ, ਉਹਨੂੰ ਯਾਦ ਰੱਖੋ, ਉਹਦਾ ਨਾਮ ਜਪੋ। ਧੰਨ ਗੁਰੂ ਨਾਨਕ ਸਾਹਿਬ ਬਖਸ਼ ਕਰ ਰਹੇ। ਘਰ ਘਰੇ ਹੋ ਪਹੁੰਚਾ ਸਦੜੇ ਨਿਤ ਪਵਨ, ਸੱਦਣਹਾਰਾ ਸਿਮਰਿਐ ਨਾਨਕ ਸੇ ਦੇਵਨ। ਜੋ ਹੋਵੇ ਸਾਹਿਬ ਸਿਉ ਮੇਰ, ਜੋ ਹੋਵੇ ਸਾਹਿਬ ਸਿਉ ਮੇਰ। ਦੇਹੋ ਸੱਜਣ ਅਸੀਸੜੀਆਂ, ਦੇਹੋ ਸੱਜਣ ਅਸੀਸੜੀਆਂ, ਦੇਹੋ
सजण असीसड़िया, देहो सजण असीसड़िया। जो होवे साहिब स्यों मेल, जो होवे साहिब स्यों मेल, देहो सजण असीसड़िया, देहो सजण असीसड़िया, देहो सजण असीसड़िया, देहो सजण, देहो सजण असीसड़िया। जो होवे साहिब स्यों मेल, देहो सजण होवे मेल, देहो सजण असीसड़िया। जो होवे साहिब स्यों मेल, असीसड़िया, देहो सजण असीसड़िया। जो चित विच भी नहीं सी कि जिन्हां दी अज असीं अंतिम अरदास दे विच जुड़ के बैठे हैं, सरदार जोगिंदर सिंह जी, वो इन्नी जल्दी संसार नूं छड्ड के, परिवार नूं छड्ड के, रिश्तेदार भैन भरा सारिਆਂ नूं छड्ड के, लोग छड्ड के परलोक गमन कर जाणगे। बाबा कबीर जी दी बाणी दा ना एक बचन है, वो बंदे दी जिंदगी दी खेड़ दा वर्णन करदे होए कहंदे भी बंदा दावे बड़े वड्डे करदा, गल्लां बड़ियां वड्डियां करदा, पर असल विच इहदी जिंदगी दी खेड़ जिहड़ी वो है की है। वो कहंदे कबीरा धूर सकेल कै पुरियां बांधी दे। जिंदगी दी खेड़ कहंदे इदां दी है जिवें मिट्टी दी मुठ नूं इकट्ठियां करके ते उहनूं किसे पोटली दे विच बन के ते एक पासे किते संभाल के रख दिता जाए। कबीरा धूर सकेल कै पुरियां बांधी दे, दिवस चार को पेखण अंत खे की खे। ਉਹਨੂੰ ਸੰਭਾਲ के रख लो 4 दिन, हफ्ता, 10 दिन, परत के ਉਹਨੂੰ फिर मिट्टी ਦੇ ਵਿੱਚ ਮਿਲਾ दो ਤੇ ਉਸੇ ਮਿੱਟੀ ਦੇ ਵਿੱਚ ਮਿੱਟੀ ਹੋ ਜਾਂਦੀ, ਉਹਦੀ ਕੋਈ ਵੱਖਰੀ ਪਛਾਣ ਨਹੀਂ ਰਹਿ ਜਾਂਦੀ। ਉਹ ਕਹਿੰਦੇ ਬੰਦੇ ਦਾ ਜੀਵਨ ਵੀ ਜਿਹੜਾ ਉਹ ਇਦਾਂ ਦਾ ਹੀ 5 ਤੱਤਾਂ ਤੋਂ ਬਣਿਆ। ਉਸ ਮਾਲਕ ਦੀ ਖੇਡ ਹੈ, ਉਸ ਮਾਲਕ ਦੀ ਖੇਤੀ ਹੈ, ਚਾਹੇ ਉਹ ਕੱਚੀ ਵੱਢ ਲਵੇ ਚਾਹੇ ਉਹ ਪੱਕੀ ਵੱਢ ਲਵੇ, ਇਹ ਡੋਰ ਜਿਹੜੀ ਉਹਦੇ ਹੱਥ ਵਿੱਚ ਹੈ। आप जी ने गुरु की बाणी का कीर्तन गुरमुख प्यारियां दे पासों इहदे प्रथाई जिहड़ा वो सरवण कीता है कि जिंदगी दी सच्चाई जिहड़ी वो की है ते आण के समाप्ति जिहड़ी वो कित्थे हुंदी है। वो आखिर विच उन्हां ने बाणी दा शब्द पढ़िया, नाल वो दस भी गए भी असीं शाम नूं सौण वेले वो बाणी पढ़दे सोला साहिब दी बाणी, क्योंकि मौत दा एक छोटा रूप नींद है। जदों इंसान रात नूं सौ जांदा है, मानो असीं कहने हुन्ने ना एक गल भी सुत्ता बंदा मोयां दे बराबर हुंदा। सुत्ता भी एक समझ लो भी मौत दी अगोश दे विच ही गया ते सौण करके, सौण तो पहलां इसे करके ही बाणी पढ़ी जांदी है भी पता नहीं किते सुत्तियां भी जिहड़ा वो सदा ना आ जावे। सो इस करके रब नूं याद करके देहो सज्जण असीसड़ियां जो होवे साहिब स्यों मेल। रब जी जे किते मेरा रात भी इस शरीर दे विचों वासा निकल गया, देह दे विचों प्राण निकल गए, ते मेरा वो सज्जण दे कोल जिहड़ा वो सदा वास्ते वासा हो जाए। जिथे असी अज सरदार जोगिंदर सिंह जी उन्हां दी अंतिम अरदास दे विच जुड़े, उत्थे मैं ये भी कह देवां भी एक बापू दी भी अंतिम अरदास है। कहना बड़ा सुख है पर भाणे नूं मनना ये उहो ही जानदा जिहदे उत्ते बीतदी होवे, जिहदे सिर दे उत्ते पई होवे भी भाणा किवें मन्निया जांदा है। ये खेड़ी है रब दी, जम्मण मरना हुक्म है भाणे आवे
ਜਾਏ ਪਰ ਬਹੁਤੀ ਯਾਰ ਅਸੀਂ ਭਾਣਾ ਸ਼ਬਦ ਜਿਹੜਾ ਨਾ ਉਹ ਬੰਦੇ ਦੀ ਮੌਤ ਦੇ ਨਾਲ ਹੀ ਜੋੜਦੇ ਹਾਂ, ਜਨਮ ਦੇ ਨਾਲ। ਜੇ ਕਿਤੇ ਭੁਲੇਖੇ ਨਾਲ ਮੇਰੇ ਵਰਗੇ ਦੇ ਮੂੰਹ ਨਿਕਲ ਵੀ ਜਾਵੇ ਤੇ ਅਗਲਾ ਗੱਲ ਪੈ ਜਾਂਦਾ ਵੀ ਜਨਮ ਨਾਲ ਇਹ ਗੱਲ ਕਿਉਂ ਤੁਸੀਂ ਆਖੀ। ਪਰ ਹੈ ਰੱਬ ਦੇ ਭਾਣੇ ਦੇ ਵਿੱਚ ਜੰਮਣਾ ਵੀ ਮਰਨਾ ਵੀ। ਪਰ ਮੈਂ ਜਿਹੜੀ ਬੇਨਤੀ ਕਰਨ ਲੱਗਾ, ਮਾਂ ਤੇ ਬਾਪ ਸਿਆਣੇ ਬਜ਼ੁਰਗ ਇੱਕ ਗੱਲ ਕਹਿੰਦੇ ਹੁੰਦੇ ਵੀ ਬੋੜ ਦੀ ਛਾਂ ਵਰਗੇ ਹੋਇਆ ਕਰਦੇ। ਜਿਵੇਂ ਇੱਕ ਬੋੜ ਦੀ ਛਾਂ ਹੁੰਦੀ ਨਾ, ਉਹਦੀ ਛਾਵੇਂ ਆਣ ਕੇ ਜਿਹੜਾ ਮਰਜੀ ਬਹਿ ਜਾਵੇ। ਬੋੜ ਨੇ ਕਦੇ ਕਿਸੇ ਤੋਂ ਪਾਸਾ ਨਹੀਂ ਵਟਿਆ। ਉਵੇਂ ਇੱਕ ਮਾਂ ਦੀ ਛਾਂ ਇੱਕ ਬਾਪੂ ਦੀ ਛਾਂ ਹੋਇਆ ਕਰਦੀ ਹੈ। ਉਹਦੇ 3 ਬੱਚੇ ਹੋਣ, ਉਹਦੇ 4 ਬੱਚੇ ਹੋਣ, ਉਹਦੇ 5 ਬੱਚੇ ਹੋਣ, ਬਾਪੂ ਨੇ ਕਦੇ ਕਿਸੇ ਵੀ ਬੱਚੇ ਦੇ ਨਾਲ ਜਿਹੜਾ ਉਹ ਵਿਤਕਰਾ ਨਹੀਂ ਕੀਤਾ। ਤੇ ਫਿਰ ਕਿਉਂਕਿ ਮੈਂ 2 ਮਿੰਟ ਬੇਨਤੀਆਂ ਕਰਕੇ ਫਿਰ 2-3 ਬੁਲਾਰਿਆਂ ਨੂੰ ਸਮਾਂ ਦੇ ਕੇ ਉਹਦੇ ਤੋਂ ਬਾਅਦ ਸਾਰੀ ਸਮਾਪਤੀ ਹੈ। ਫਿਰ ਜਿਨ੍ਹਾਂ ਦੇ ਬਾਰੇ ਵੀਰ ਅਨੂਪ ਸਿੰਘ ਜੀ, ਉਹਨਾਂ ਦੇ ਸਤਿਕਾਰਯੋਗ ਸਰਦਾਰ ਪਿਤਾ ਜੀ ਸਰਦਾਰ ਜੋਗਿੰਦਰ ਸਿੰਘ, ਅਖਬਾਰ ਵਿੱਚ ਵੀ ਤੁਸੀਂ ਬਹੁਤਿਆਂ ਪੜ੍ਹਿਆ ਹੋਵੇਗਾ ਕਿ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ 13, 14, 15 ਵਾਰ ਹਜੂਰ ਸਾਹਿਬ ਦੀ ਯਾਤਰਾ। ਤੇ ਵੀਰ ਅਨੂਪ ਸਿੰਘ ਜੀ ਦੱਸਦੇ ਪਏ ਵੀ ਕੋਈ ਅਸਥਾਨ ਉਹਨਾਂ ਕੋਸ਼ਿਸ਼ ਕੀਤੀ ਵੀ ਰਹਿ ਨਾ ਜਾਵੇ ਜ਼ਿੰਦਗੀ ਦੇ ਵਿੱਚ ਗੁਰੂ ਕਾ ਅਸਥਾਨ ਦਿਦਾਰੇ ਕਰਨ ਤੋਂ। ਤੇ ਅੰਤਮ ਵੇਲੇ ਦੀ ਗੱਲ ਉਹਨਾਂ ਜਿਹੜੀ ਮੈਨੂੰ ਦੱਸੀ, ਉਹ ਕਹਿੰਦੇ ਜਦੋਂ ਉਹਨਾਂ ਦੇ ਸਵਾਸ ਨਿਕਲਣ ਲੱਗੇ ਸੀ ਉਦੋਂ ਉਹਨਾਂ ਨੇ ਬਾਬਾ ਨਾਨਕ ਜੀ ਨੂੰ ਯਾਦ ਕੀਤਾ। ਤੇ ਗੁਰੂ ਕੀ ਬਾਣੀ ਵਿੱਚ ਨਾ ਇੱਕ ਬਚਨ ਆਉਂਦਾ, ਅੰਤ ਕਾਲ ਨਾਰਾਇਣ ਸਿਮਰੈ। ਕਹਿੰਦੇ ਜਿਹਨੂੰ ਅੰਤ ਦੇ ਸਮੇਂ ਰੱਬ ਚੇਤੇ ਆ ਜਾਵੇ, ਅੰਤ ਕਾਲ ਨਾਰਾਇਣ ਸਿਮਰੈ, ਬਦਤ ਤਲੋਚਨ ਤੇ ਨਰ ਮੁਕਤਾ, ਪਿਤਾੰਬਰ ਵਾਕੈ ਹਿਰਦੇ ਵਸੇ। ਉਹ ਅਸਲ ਦੇ ਵਿੱਚ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਉਹ ਜੀਵਨ ਮਰਨ ਦੇ ਚੱਕਰ ਤੋਂ ਜਿਹੜਾ ਉਹ ਮੁਕਤ ਹੋ ਜਾਂਦਾ ਹੈ। ਹੁਣ ਦੂਸਰੀ ਗੱਲ, ਇਹ ਸੱਚਾਈ ਹੈ ਵੀ ਇੱਕ ਦਿਨ ਅਸੀਂ ਸਾਰਿਆਂ ਨੇ ਚਲੇ ਜਾਣਾ। ਅੱਜ ਅਸੀਂ ਬਾਪੂ ਜੋਗਿੰਦਰ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਇਕੱਠੇ ਹੋਏ, ਕੱਲ ਨੂੰ ਸਾਡੀ ਵੀ ਹੋਣੀ। ਰਾਣਾ ਰਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਦੇ। ਧੀਰ ਮੈਂ ਇੱਕੋ ਗੱਲ ਕਹਿ ਕੇ ਤੇ ਅਗਲੇ ਬੁਲਾਰੇ ਨੂੰ ਬੁਲਾਉਣ ਲੱਗਾ, ਯਾਦ ਰੱਖਿਓ ਜਿਸ ਬਾਪੂ ਦੀ ਔਲਾਦ ਨੇਕ ਹੋਵੇ ਉਹ ਬਾਪੂ ਜਿਉਣ ਤੋਂ ਬਾਅਦ, ਜਾਣ ਤੋਂ ਬਾਅਦ ਵੀ ਜਿਉਂਦਾ। ਜਿਸ ਬਾਪੂ ਦੀ ਔਲਾਦ ਨਹੀਂ ਚੰਗੀ, ਜਿਸ ਮਾਂ ਦੀ ਔਲਾਦ ਨਹੀਂ ਚੰਗੀ, ਉਹ ਜਿਉਂਦਾ 20 ਮੋਇਆਂ ਦੇ ਬਰਾਬਰ ਹੋਇਆ ਕਰਦਾ। ਸੋ ਇਸ ਕਰਕੇ ਗੁਰੂ ਨੇ ਰਹਿਮਤ ਕਰਕੇ ਬਾਪੂ ਜੋਗਿੰਦਰ ਸਿੰਘ ਜੀ ਨੂੰ ਸਾਡੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹੇ ਸਠਿਆਲੀ ਦੇ ਜ਼ੋਨ ਸਠਿਆਲੀ ਦੇ ਜਨਰਲ ਸਕੱਤਰ ਵੀਰ ਅਨੂਪ ਸਿੰਘ ਜੀ ਵਰਗੇ, ਉਹਨਾਂ ਦੇ ਛੋਟੇ ਭਾਈ ਵੀਰ ਰਾਜਵਿੰਦਰ ਸਿੰਘ ਜੀ ਵਰਗੇ ਮਿਹਨਤੀ ਤੇ ਲੋਕਾਂ ਦੇ ਹੱਕਾਂ ਦੀ ਖਾਤਰ ਲੜਨ ਵਾਲੀ ਔਲਾਦ ਦਿੱਤੀ ਹੋਵੇ ਨਾ, ਯਾਦ ਰੱਖਿਓ ਉਹ ਬਾਪੂ ਸੰਸਾਰ ਤੋਂ ਜਾ ਕੇ ਵੀ ਜਿਉਂਦਾ ਹੈ। ਕਿਉਂਕਿ ਜਿੱਥੇ ਜਾ ਕੇ ਗੱਲ ਚਲੇਗੀ ਉੱਥੇ ਨਾਂ ਲਿਆ ਜਾਵੇਗਾ ਅਨੂਪ ਸਿੰਘ ਪੁੱਤਰ ਕਿਹਦਾ ਹੈ? ਇਹ ਸਰਦਾਰ ਜੋਗਿੰਦਰ ਸਿੰਘ ਦਾ ਪੁੱਤਰ ਹੈ। ਤੇ ਜਦੋਂ ਸਰਦਾਰ ਜੋਗਿੰਦਰ ਸਿੰਘ ਦਾ ਨਾਂ ਆਵੇਗਾ ਉਦੋਂ ਬਾਪੂ ਮੋਇਆ ਵੀ ਜਿਹੜਾ ਉਹ ਜਿਉਂਦਿਆਂ ਦੀ ਕਤਾਰ ਵਿੱਚ ਖੜਾ ਹੋਵੇਗਾ। ਸੋ ਮੈਂ ਅਰਦਾਸ ਕਰਦਾ ਸਤਿਗੁਰਾਂ ਦੇ ਚਰਨਾਂ ਵਿੱਚ, ਗੁਰੂ ਸਾਹਿਬ ਕਿਰਪਾ ਕਰਨ, ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਦੇ ਨਾਲ ਸਦੀਵ ਕਾਲ ਵਾਸਤੇ ਲਾ ਕੇ ਰੱਖਣ। ਤੇ ਕੁਝ ਜ਼ਖਮ ਐਸੇ ਹੁੰਦੇ ਨੇ ਜਿਨ੍ਹਾਂ ਦਾ ਇਲਾਜ ਜਿਹੜਾ ਨਾ ਸਮਾਂ ਹੋ ਜਾਂਦਾ, ਬੰਦੇ ਦੇ ਕੋਲ ਉਹਨਾਂ ਦਾ ਕੋਈ ਇਲਾਜ ਨਹੀਂ ਹੁੰਦਾ। ਸਤਿਗੁਰੂ ਪਰਿਵਾਰ ਨੂੰ ਧੀਰਜ, ਪ੍ਰਵਾਸਾ, ਯਕੀਨ, ਉਹ ਜ਼ਰੂਰ ਵਿਸ਼ਵਾਸ ਦਿਵਾਉਣ ਵੀ ਇਹ ਜ਼ਿੰਦਗੀ ਦੀ ਖੇਡ ਇੱਕ ਨਾ ਇੱਕ ਦਿਨ ਇੱਥੇ ਜਾ ਕੇ ਮੁੱਕਣੀ ਹੈ। ਇਹ ਸੱਚਾਈ ਹੈ ਵੀ ਬੰਦੇ ਨੇ ਇੱਕ ਨਾ ਇੱਕ ਦਿਨ ਮੌਤ ਦੇ ਗਲ ਦੇ ਜ਼ਰੂਰ ਲੱਗਣਾ। ਜਿਹੜਾ ਜ਼ਿੰਦਗੀ ਸਫਲ ਕਰਕੇ ਜਾਵੇਗਾ, ਉਹਦੇ ਜਾਣ ਤੋਂ ਬਾਅਦ ਉਹਦੇ ਰਿਸ਼ਤੇਦਾਰਾਂ ਤੋਂ ਇਲਾਵਾ ਆ ਬਹੁਤ ਸਾਰੇ ਮੈਂ ਵੇਖਦਾ ਪਿਆ ਐਸੇ ਲੋਕ ਆਏ ਜਿਨ੍ਹਾਂ ਦੀ ਪਰਿਵਾਰ ਨਾਲ ਸਰੀਰ ਤੌਰ ਤੇ ਕੋਈ ਰਿਸ਼ਤਾ ਨਹੀਂ, ਕੋਈ ਖੂਨ ਦਾ ਰਿਸ਼ਤਾ ਨਹੀਂ, ਕੋਈ ਉਹਨਾਂ ਦਾ ਰੁਪਈਆਂ ਦਾ ਲੈਣ ਦੇਣ ਨਹੀਂ ਇਸ ਪਰਿਵਾਰ ਦੇ ਨਾਲ। ਪਰ ਸੱਚ ਕਰਕੇ ਜਾਣਿਓ ਉਹ ਸਨੇਹ ਦੇ ਬੱਧੇ, ਉਹ ਮੋਹ ਦੇ ਬੱਧੇ ਆਏ ਨੇ। ਸੋ ਇਸੇ ਮੋਹ ਦੇ ਬੱਧੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹੇ ਗੁਰਦਾਸਪੁਰ ਦੇ ਸਾਰੇ ਜ਼ੋਨਾਂ ਦੇ ਗੁਰਮੁਖ ਪਿਆਰੇ ਜਿਹੜੇ ਉਹ ਪਹੁੰਚੇ ਨੇ, ਜਿਨ੍ਹਾਂ ਦੇ ਵਿੱਚ ਸਠਿਆਲੀ ਜ਼ੋਨ ਦੀ ਸਾਰੀ ਕੋਰ ਕਮੇਟੀ ਤੇ ਵੱਖ-ਵੱਖ ਪਿੰਡਾਂ ਤੋਂ, ਸਾਰਿਆਂ ਪਿੰਡਾਂ ਤੋਂ ਹੀ ਵੀਰ ਭਰਾ ਭੈਣਾਂ ਉਹ ਸਰਦਾਰ ਅਨੂਪ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਣ ਵਾਸਤੇ ਆਏ ਨੇ। ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ ਜ਼ੋਨ ਦੇ ਸਾਰੇ ਵੀਰ ਆਏ ਨੇ।
ਬਾਬਾ ਮੱਕਾ ਜ਼ੋਨ ਦੇ ਸਾਰੇ ਸਤਿਕਾਰਯੋਗ ਵੀਰ ਆਏ ਨੇ। ਦਮਦਮਾ ਸਾਹਿਬ ਜ਼ੋਨ, ਉਸ ਜ਼ੋਨ ਤੋਂ ਸਾਰੇ ਵੀਰ ਆਏ ਨੇ। ਬਾਬਾ ਫੌਜਾ ਸਿੰਘ ਜੀ ਉਸ ਜ਼ੋਨ ਤੋਂ ਵੀਰ ਆਏ ਨੇ। ਮਾਤਾ ਸੁੰਦਰੀ ਜੀ ਜ਼ੋਨ ਦੇ ਸਾਰੇ ਸਤਿਕਾਰਯੋਗ ਅਹੁਦੇਦਾਰ ਪਹੁੰਚੇ ਨੇ। ਬਾਬਾ ਮਸਤੂ ਜ਼ੋਨ ਤੋਂ ਸਾਰੇ ਸਤਿਕਾਰਯੋਗ ਅਹੁਦੇਦਾਰ ਸਾਹਿਬਾਨ ਪਹੁੰਚੇ ਨੇ। ਤੇਜਾ ਸਿੰਘ ਜੀ ਸੁਤੰਤਰ ਜ਼ੋਨ ਤੋਂ ਸਾਰੇ ਅਹੁਦੇਦਾਰ ਸਾਹਿਬਾਨ ਪਹੁੰਚੇ ਨੇ। ਜ਼ੋਨ ਅਚਲ ਸਾਹਿਬ ਤੋਂ ਸਾਰੇ ਅਹੁਦੇਦਾਰ ਸਾਹਿਬਾਨ ਪਹੁੰਚੇ ਨੇ। ਜ਼ੋਨ ਮੀਰੀ ਪੀਰੀ ਤੋਂ ਸਾਰੇ ਸਤਿਕਾਰਯੋਗ ਸੱਜਣ ਪਹੁੰਚੇ ਨੇ। ਤੇ ਜ਼ੋਨ ਬਾਬਾ ਨਾਮਦੇਵ ਜੀ ਤੋਂ। ਇਹਨਾਂ ਸਾਰੇ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਜ਼ੋਨਾਂ ਤੋਂ, ਪਿੰਡਾਂ ਤੋਂ ਗੁਰੂ ਕੀ ਸੰਗਤ ਜਿਹੜੀ ਉਹ ਪਹੁੰਚੀ ਹੈ। ਸਾਰਿਆਂ ਨੂੰ ਅਸੀਂ ਇੱਥੇ ਆਉਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਜਿਉਂ ਆਖਦੇ ਹਾਂ। ਕੇਵਲ 2 ਜਾਂ 3 ਬੁਲਾਰੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਕੇ ਫਿਰ ਉਹਦੇ ਤੋਂ ਬਾਅਦ ਸਰਦਾਰ ਸੋਹਣ ਸਿੰਘ ਜੀ ਜੋ ਸਾਡੇ ਜ਼ਿਲ੍ਹੇ ਦੇ ਸਕੱਤਰ ਨੇ, ਉਹਨਾਂ ਵੱਲੋਂ ਸਰੋਪਾਓ ਜੋ ਵੀਰ ਅਨੂਪ ਸਿੰਘ ਜੀ ਨੂੰ ਉਹ ਦਿੱਤਾ ਜਾਵੇਗਾ। ਉਹਦੇ ਤੋਂ ਬਾਅਦ ਸਾਰੇ ਪ੍ਰੋਗਰਾਮ ਦੀ ਸਮਾਪਤੀ ਹੋਵੇਗੀ। ਮੈਂ ਸਾਰਿਆਂ ਤੋਂ ਪਹਿਲਾਂ ਬੇਨਤੀ ਕਰਦਾ ਹਾਂ ਕਿ ਸਾਡੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹੇ ਗੁਰਦਾਸਪੁਰ ਦੇ ਇਸਤਰੀ ਵਰਗ ਦੇ ਪ੍ਰਧਾਨ ਬੀਬਾ ਦਵਿੰਦਰ ਕੌਰ ਜੀ ਉਹ ਪਹੁੰਚੇ ਨੇ। ਉਹ ਆਣ ਕੇ 2 ਮਿੰਟ ਪਰਿਵਾਰ ਦੇ ਨਾਲ ਜਿਹੜਾ ਉਹ ਦੁੱਖ ਸਾਂਝਾ ਕਰਨਗੇ। ਉਹਨਾਂ ਤੋਂ ਬਾਅਦ ਸਰਦਾਰ ਗੁਰਪ੍ਰੀਤ ਸਿੰਘ ਜੀ ਖਾਨਪੁਰ ਜ਼ਿਲ੍ਹਾ ਪ੍ਰਧਾਨ ਉਹ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ। ਤੇ ਉਹਨਾਂ ਤੋਂ ਬਾਅਦ ਸਰਦਾਰ ਸੋਹਣ ਸਿੰਘ ਜੀ ਗਿੱਲ ਸਾਹਿਬ ਤੇ ਸਾਰੀ ਜਿਹੜੀ ਉਹ ਜ਼ੋਨ ਕਮੇਟੀ ਹੈ ਉਹ ਵੀਰ ਅਨੂਪ ਸਿੰਘ ਜੀ ਨੂੰ ਸਰੋਪਾ ਭੇਟ ਕਰਨਗੇ। ਤੇ ਫਿਰ ਸਾਰੇ ਦੇ ਸਾਰੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਹੋਵੇਗੀ। ਜਿਵੇਂ ਸਾਡੀ ਗੁਰਬਾਣੀ ਵਿੱਚ ਲਿਖਿਆ ਹੈ ਕਿ ਜਿਉਣਾ ਝੂਠ ਹੈ ਤੇ ਮਰਨਾ ਸੱਚ। ਮੌਤ ਸਭ ਨੂੰ ਹੀ ਆਉਣੀ ਆ, ਪਰ ਜਦੋਂ ਕਹਿੰਦੇ ਨੇ ਨਾ ਕਿ ਅੱਜ ਅਸੀਂ ਹਾਂ ਤੇ ਕੱਲ ਸਾਡੀਆਂ ਯਾਦਾਂ ਹੋਣਗੀਆਂ, ਤੇ ਜਦੋਂ ਅਸੀਂ ਨਾ ਹੋਵਾਂਗੇ ਤੇ ਸਾਡੀਆਂ ਗੱਲਾਂ ਬਾਤਾਂ ਹੋਣਗੀਆਂ। ਐਵੇਂ ਹੀ ਅੱਜ ਜੇਕਰ ਉਹ ਬਾਪੂ ਜੀ ਸਰੀਰਕ ਤੌਰ ਤੇ ਸਾਡੇ ਤੋਂ ਜੁਦਾ ਹੋ ਗਏ ਨੇ, ਪਰ ਇੱਕ ਜਿਹੜਾ ਉਹ ਆਪਣਾ ਸਾਨੂੰ ਸੁਨੇਹਾ ਦੇ ਰਹੇ ਨੇ ਨਾ, ਆਪਣੀ ਜਿਹੜੀ ਉਹਨਾਂ ਨੇ ਔਲਾਦ ਨੂੰ ਜੋ ਸੰਸਕਾਰ ਦਿੱਤੇ ਨੇ, ਉਹ ਸਮਾਜ ਦੇ ਵਿੱਚ ਇੱਕ ਸੁਨੇਹਾ ਜਾ ਰਿਹਾ ਕਿ ਬੱਚਿਆਂ ਨੂੰ ਜਿੱਦਾਂ ਦੀ ਸਿੱਖਿਆ ਦਿੱਤੀ ਜਾਏਗੀ, ਬੱਚੇ ਆਪਣੇ ਮਾਪਿਓ ਦਾ ਨਾਂ ਉਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਜਿਹੜਾ ਉਹ ਚਮਕਾਉਂਦੇ ਨੇ। ਤੇ ਉਹ ਬਾਪੂ ਜੀ ਸਰੀਰਕ ਤੌਰ ਤੇ ਤਾਂ ਚਲੇ ਗਏ ਨੇ, ਪਰਿਵਾਰ ਲਈ ਇੱਕ ਬਹੁਤ ਦੁੱਖ ਵਾਲੀ ਘੜੀ ਹੈ ਜਿਹਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜੇ ਆ। ਪਰ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਜਿਹੜੇ ਬਜ਼ੁਰਗ ਆਪਣੇ ਸੰਸਕਾਰ ਜਦੋਂ ਦੇ ਜਾਂਦੇ ਨੇ ਤਾਂ ਫਿਰ ਉਹ ਦੁਨੀਆ ਦੇ ਵਿੱਚੋਂ ਖਤਮ ਨਹੀਂ ਹੁੰਦੇ, ਉਹ ਲੜੀ ਆਪਣੇ ਨਾਂ ਦੀ ਤੋਰ ਜਾਂਦੇ ਨੇ। ਐਵੇਂ ਹੀ ਸਰਦਾਰ ਜੋਗਿੰਦਰ ਸਿੰਘ ਜੀ ਨੇ, ਸਰਦਾਰ ਅਨੂਪ ਸਿੰਘ ਜਿਹੜੇ ਉਹਨਾਂ ਦੇ ਬੇਟੇ ਨੇ, ਉਹਨਾਂ ਨੂੰ ਆਪਣੇ ਸੰਸਕਾਰਾਂ ਦੀ ਲੜੀ ਪੂਰੀ ਇਸ ਤਰ੍ਹਾਂ ਦਿੱਤੀ ਹੈ ਕਿ ਸਾਡਾ ਉਹਨਾਂ ਦੇ ਨਾਲ ਮਿਲਨ ਵਰਤਨ ਜਿਹੜਾ ਪਿਛਲੇ ਕੁਝ ਸਮੇਂ ਤੋਂ ਹੀ ਹੈ, ਪਰ ਸਾਡੇ ਪਰਿਵਾਰਕ ਸੰਬੰਧ ਹੀ ਬਣ ਗਏ ਨੇ ਕਿ ਅਸੀਂ ਅੱਜ ਭੈਣ ਭਰਾਵਾਂ ਵਾਂਗ ਇੱਕ ਦੂਜੇ ਦੇ ਦੁੱਖ ਸੁੱਖ ਦੀ ਘੜੀ ਵਿੱਚ ਸ਼ਾਮਲ ਹੁੰਦੇ ਹਾਂ। ਤੇ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਾਰੇ ਹੀ ਵੀਰਾਂ ਵੱਲੋਂ ਅਸੀਂ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਨੇ ਆ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਦਾ ਖਿਆਲ, ਪਰਿਵਾਰ ਦਾ ਮੋਹ ਛੱਡ ਕੇ ਸੰਘਰਸ਼ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ। ਉੱਥੇ ਨਗਰ ਬਲੱਗਣ ਦੀ ਸਾਰੀ ਸੰਗਤ ਨੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਾਰੇ ਅਹੁਦੇਦਾਰ ਸਾਹਿਬਾਨਾਂ ਨੇ ਵੱਧ ਚੜ ਕੇ ਜਿੰਨੀ ਵਾਰ ਵੀ ਦਿੱਲੀ ਜਾਣਾ ਪਿਆ, ਹਰ ਵਾਰੀ ਇਸ ਨਗਰ ਦੀ ਸੰਗਤ ਜਿਹੜੀ ਹੈ ਦਿੱਲੀ ਮੋਰਚੇ ਦੇ ਵਿੱਚ ਹਾਜ਼ਰ ਹੁੰਦੀ ਰਹੀ ਹੈ। ਸੋ ਇਸ ਕਰਕੇ ਨਗਰ ਦੀ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਇਹ ਮੋਰਚਾ ਤਾਂ ਹੀ ਜਿਹੜਾ ਜਿੱਤਿਆ ਗਿਆ ਜਦੋਂ ਲੱਕ ਬਣ ਕੇ ਬਲੱਗਣਾ ਨਗਰ ਵਾਂਗੂ ਸਾਰੇ ਪੰਜਾਬ ਦੇ, ਸਾਰੇ ਦੇਸ਼ ਦੇ ਨਗਰ ਦੇ ਜਿਹੜੇ ਲੋਕ ਨੇ ਉਹ ਤੁਰੇ ਸਨ। ਸੋ ਸਤਿਗੁਰੂ ਕਿਰਪਾ ਕਰਨ, ਸਾਰੇ ਨਗਰ ਦੀ ਇਸੇ ਤਰ੍ਹਾਂ ਚੜ੍ਹਦੀ ਕਲਾ ਕਰਨ, ਪਿਆਰ ਇਤਫਾਕ ਏਕਤਾ ਬਣਾ ਕੇ ਰੱਖਣ। ਹੁਣ ਮੈਂ ਬੇਨਤੀ ਕਰਦਾ ਹਾਂ ਗੁਰਪ੍ਰੀਤ ਸਿੰਘ ਜੀ ਖਾਨਪੁਰ ਸਾਹਿਬ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸਾਹਿਬ ਨੇ, ਉਹ ਆਣ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜੋਗਿੰਦਰ ਸਿੰਘ ਬਲੱਗਣ ਜੀ, ਜੋ ਸਰਦਾਰ ਅਨੂਪ ਸਿੰਘ ਦੇ ਪਿਤਾ ਜੀ ਸਰਦਾਰ ਅਨੂਪ ਸਿੰਘ ਜ਼ੋਨ ਸਠਿਆਲੀ ਦੇ ਜਨਰਲ ਸਕੱਤਰ ਤੇ ਇਸ ਇਲਾਕੇ ਦੀ ਜੋ ਸੇਵਾ ਨਿਭਾ ਰਹੇ ਆ,
ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਾਰੇ ਆਗੂ ਸਾਹਿਬਾਨ, ਰਿਸ਼ਤੇਦਾਰ, ਸਾਕ ਸੰਬੰਧੀ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਸਨਮੁਖ ਹੋਣ ਲਈ ਇੱਥੇ ਪਹੁੰਚੇ ਆ। ਸਰਦਾਰ ਅਨੂਪ ਸਿੰਘ ਦਾ ਰਿਸ਼ਤਾ ਜਥੇਬੰਦੀ ਦੇ ਨਾਲ ਇੱਕ ਪਰਿਵਾਰ ਦੀ ਤਰ੍ਹਾਂ ਬਹੁਤ ਵਧੀਆ ਸਲੀਕਾ ਤੇ ਜੁਝਾਰੂ ਸੋਚ ਦੇ ਮਾਲਕ ਇਸ ਇਲਾਕੇ ਨੂੰ ਜਥੇਬੰਦ ਕਰਨਾ, ਜਿੱਥੇ ਅਨੂਪ ਸਿੰਘ ਜੀ ਸੇਵਾ ਨਿਭਾ ਰਹੇ ਆ, ਉਹਨਾਂ ਦੀ ਸਾਰੀ ਜ਼ੋਨ ਦੀ ਕੋਰ ਕਮੇਟੀ ਇਸ ਇਲਾਕੇ ਦੀ ਵੱਧ ਚੜ ਕੇ ਜਿਹੜੀ ਸੇਵਾ ਨਿਭਾ ਰਹੇ ਆ, ਔਖੇ ਸੌਖੇ ਦੀ ਬਾਂਹ ਫੜਨਾ, ਕਿਸੇ ਦੇ ਦੁੱਖ ਦੇ ਵਿੱਚ ਸ਼ਰੀਕ ਹੋਣਾ, ਇਨਸਾਫ ਨਾ ਮਿਲਦਾ ਵੇਖ ਕੇ ਹੱਕਾਂ ਲਈ ਡਟ ਜਾਣਾ, ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਆ। ਉਹਨੂੰ ਨਿਭਾਉਣ ਵਾਸਤੇ ਚੰਗੇ ਪਰਿਵਾਰ ਦਾ ਤੇਈਆਂ ਸਨੇਹੀਆਂ ਸੱਜਣਾ ਮਿੱਤਰਾਂ ਤੋਂ ਪਤਾ ਲੱਗਦਾ ਆ ਵੀ ਸਰਦਾਰ ਜੋਗਿੰਦਰ ਸਿੰਘ ਜੀ ਦੀ ਸੋਚ ਦੇ ਮੁਤਾਬਕ ਉਹਨਾਂ ਦਾ ਪਰਿਵਾਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਰਿਹਾ ਆ। ਜਿੱਥੇ ਸਰਦਾਰ ਅਨੂਪ ਸਿੰਘ ਜੀ ਜਥੇਬੰਦੀ ਦੀ ਸੇਵਾ ਨਿਭਾ ਰਹੇ ਆ, ਸਰਦਾਰ ਜੋਗਿੰਦਰ ਸਿੰਘ ਜੀ ਵੀ ਵੱਖ-ਵੱਖ ਸੰਘਰਸ਼ਾਂ ਦੇ ਦੌਰਾਨ ਦਿੱਲੀ ਬਾਰਡਰਾਂ ਦੇ ਉੱਪਰ ਆਪਣੀ ਸੇਵਾ ਸੰਗਤ ਦੇ ਵਿੱਚ ਨਿਭਾਈ ਆ। ਅੱਜ ਉਹ ਸੁਭਾਗਾ ਦੇਣੇ ਆ, ਅੱਜ ਇਹ ਸਾਡੇ ਵਿੱਚ ਬੈਠੇ ਹੁੰਦੇ, ਜਿਹੜੇ ਸੰਘਰਸ਼ਾਂ ਲਈ ਇਹ ਪਿਤਾ ਪੁਰਖੀ ਆਪਣੇ ਪੁੱਤਾਂ ਨੂੰ ਤੋਰਨਾ ਵੀ ਕਦੋਂ ਤੁਸੀਂ ਜੰਗ ਜਿੱਤ ਕੇ ਵਾਪਸ ਆਓਗੇ। ਜੋ ਸਿਆਸੀ ਲੋਕਾਂ ਨੇ ਸਾਨੂੰ ਸੜਕਾਂ ਤੇ ਰੋਣ ਲਈ ਮਜਬੂਰ ਕੀਤਾ ਸੀ, ਠੀਕ ਆ, ਮਾਲਕ ਦੀ ਮਰਜ਼ੀ ਆ ਕਦੋਂ ਕਿਸੇ ਨੂੰ ਆਵਾਜ਼ ਮਾਰ ਕੇ ਲੈ ਜਾਣਾ। ਅਸੀਂ ਜਥੇਬੰਦੀ ਵੱਲੋਂ ਵਿਸ਼ਵਾਸ ਦਿਵਾਉਂਦੇ ਆ ਵੀ ਹਰ ਦੁੱਖ ਦੀ ਘੜੀ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਮੋਢੇ ਨਾਲ ਮੋਢਾ ਜੋੜ ਕੇ ਇਸ ਪਰਿਵਾਰ ਦੇ ਨਾਲ, ਇਸ ਇਲਾਕੇ ਦੇ ਨਾਲ ਹਰ ਸਮੇਂ ਹਾਜ਼ਰ ਆ। ਸਾਡੀ ਸੱਚੀ ਸ਼ਰਧਾਂਜਲੀ ਇਹੋ ਆ ਵੀ ਜਿਸ ਤੇ ਗੁਰੂ ਮਹਾਰਾਜ ਦੀ ਧਰਤੀ ਦੇ ਉੱਤੇ ਇੰਨਾ ਵੱਡਾ ਜ਼ਬਰ ਤੇ ਜ਼ੁਲਮ ਹੋ ਰਿਹਾ ਹੋਵੇ ਤੇ ਸਿਆਸੀ ਲੋਕਾਂ ਨੇ ਜਿਨ੍ਹਾਂ ਨੇ ਸਾਡੀ ਬਾਤ ਪੁੱਛਣੀ ਸੀ ਜਾਂ ਸਾਡੇ ਹੱਕ ਦੀ ਜਾਂ ਹਾਣ ਦੀ ਗੱਲ ਕਰਨੀ ਸੀ, ਪਤਾ ਨਹੀਂ ਉਹ ਕਿਹੜੇ ਸੁਪਨਿਆਂ ਦੇ ਵਿੱਚ ਗਵਾਚੇ ਬੈਠੇ ਆ, ਉਹ ਕਿਹੜੇ ਖੁਆਬ ਲੈ ਰਹੇ ਆ, ਉਹ ਕਿਹੜੇ ਰੰਗਾਂ ਦੇ ਵਿੱਚ ਰੰਗੇ ਪਏ ਆ। ਸਮੁੱਚੀ ਕਿਸਾਨੀ ਨੇ ਮੋਢੇ ਨਾਲ ਮੋਢਾ ਜੋੜ ਕੇ ਇਸ ਅੰਦੋਲਨ ਨੂੰ ਜਿੱਤ ਵਾਲੇ ਪਾਸੇ ਲੈ ਕੇ ਆਏ ਆ। ਸਾਰੇ ਭਲੀ ਭਾਂਤ ਜਾਣਦੇ ਆ ਵੀ ਸਿਆਸੀਆਂ ਦੀ ਕੀ ਰਣਨੀਤੀ ਰਹੀ ਆ ਤੇ ਆਮ ਲੋਕਾਂ ਦੀ ਕੀ ਰਣਨੀਤੀ ਰਹੀ ਆ। ਇਹੋ ਪ੍ਰੇਰਣਾ ਲੈ ਕੇ ਸਾਨੂੰ ਆਪਣੇ ਹੱਕਾਂ ਲਈ ਲਗਾਤਾਰ ਡਟ ਕੇ ਪਹਿਰਾ ਦੇਣ ਦੀ ਲੋੜ ਆ। 3 ਕਾਲੇ ਕਾਨੂੰਨ ਰੱਦ ਕਰਾਉਣ ਤੋਂ ਬਾਅਦ ਸਾਡੀ ਜੰਗ ਅਜੇ ਸ਼ੁਰੂ ਹੋਈ ਆ, ਅਜੇ ਸਾਡੀ ਜੰਗ ਮੁੱਕੀ ਨਹੀਂ ਗਈ। ਜਿੱਡੇ ਵੱਡੇ ਮਸਲੇ ਸਾਡੇ ਦੇਸ਼ ਦੇ ਉੱਪਰ, ਪੰਜਾਬ ਦੇ ਉੱਪਰ ਇਸ ਵੇਲੇ ਮੰਡਰਾ ਰਹੇ ਆ, ਕਰਜ਼ੇ ਦੀ ਮਾਰ ਆ ਕਿਸਾਨੀ ਦੇ ਉੱਪਰ, ਬੇਰੁਜ਼ਗਾਰੀ ਆ, ਨਸ਼ਾ ਆ, ਉਹਦੇ ਵਾਸਤੇ ਸਾਨੂੰ ਆਪਣੇ ਹੱਕਾਂ ਲਈ ਐਸੇ ਤਰੀਕੇ ਨਾਲ ਜਥੇਬੰਦਕ ਹੋ ਕੇ ਇਹਨਾਂ ਸਿਆਸੀ ਲੋਕਾਂ ਦੇ ਨਾਲ ਬਿਲਕੁਲ ਵੀ ਰਿਸ਼ਤਾ ਦੂਰ ਦਾ ਰੱਖ ਕੇ ਜਥੇਬੰਦਕ ਸੋਚ ਦੇ ਨਾਲ ਜੁੜ ਕੇ ਇੱਕ ਸੱਚੀ ਸੁੱਚੀ ਸੇਵਾ ਕਰਕੇ, ਜਿੱਥੇ ਇਹ ਲੋਕ ਆਖਦੇ ਆ ਰਾਜ ਨਹੀਂ ਸੇਵਾ, ਉਹ ਸੇਵਾ ਵਾਸਤੇ ਜਿੱਥੋਂ ਕੋਈ ਤਨਖਾਹ ਨਹੀਂ ਮਿਲਣੀ, ਕੋਈ ਪੈਨਸ਼ਨ ਨਹੀਂ ਮਿਲਣੀ, ਤੇ ਲੱਕ ਬੰਨ ਕੇ ਇਲਾਕੇ ਦੀ ਜਿਹੜੀ ਸੇਵਾ ਆ
ਉਹ ਸਾਰੇ ਜਥੇਬੰਦਕ ਸਾਥੀ ਕਰ ਰਹੇ ਆ। ਸਾਨੂੰ ਆਸ ਆ ਵੀ ਜਿੱਥੇ ਸਰਦਾਰ ਅਨੂਪ ਸਿੰਘ ਜੀ, ਉਹਨਾਂ ਦੀ ਸਾਰੀ ਟੀਮ, ਸਾਰੇ ਆਗੂ ਸਾਹਿਬਾਨ ਇੱਥੇ ਦੁੱਖ ਦੀ ਘੜੀ 'ਚ ਪਹੁੰਚੇ ਆ, ਵੀ ਸਾਨੂੰ ਇਹੋ ਸੰਘਰਸ਼ ਤੋਂ ਗਾਂ ਇਹੋ ਆਸਰਾ ਲੈ ਕੇ ਵੀ ਆਪਾਂ ਜਥੇਬੰਦਕ ਹੋਈਏ, ਇਸੇ ਤਰੀਕੇ ਨਾਲ ਆਪਣੇ ਹਰ ਘਾਟੇ ਵਾਧੇ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਜੁੜ ਕੇ ਆਪਣੀ ਜੋ ਹਾਜ਼ਰੀ ਆ ਉਹ ਆਪਾਂ ਲਵਾ ਰਹੇ ਆ। ਇਹੋ ਜਿਹੜੀ ਸਾਡੀ ਸੱਚੀ ਸ਼ਰਧਾਂਜਲੀ ਆ, ਪ੍ਰਮਾਤਮਾ ਗਾੜੀ ਅਰਦਾਸ ਆ ਵੀ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਤੇ ਸਰਦਾਰ ਜੋਗਿੰਦਰ ਸਿੰਘ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਸਾਰੀ ਜਥੇਬੰਦੀ ਦੇ ਵਿੱਚ ਵੀਰ ਅਨੂਪ ਸਿੰਘ ਜੀ ਉਹਨਾਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ। ਸਰਦਾਰ ਸੋਹਣ ਸਿੰਘ ਜੀ ਗਿੱਲ, ਗੁਰਪ੍ਰੀਤ ਸਿੰਘ ਜੀ ਖਾਨਪੁਰ ਸਾਹਿਬ, ਰਸ਼ਪਾਲ ਸਿੰਘ ਜੀ ਪਰਤ, ਵੀਰ ਗੁਰਮੁਖ ਸਿੰਘ ਜੀ ਖਾਨ ਮਲਕ, ਅਨੋਖ ਸਿੰਘ ਜੀ ਸੁਲਤਾਨੀ, ਉਹ ਸਾਰੇ ਜਥੇਬੰਦੀ ਵੱਲੋਂ ਵੀਰ ਅਨੂਪ ਸਿੰਘ ਜੀ ਨੂੰ ਦਸਤਾਰ ਸਰੋਪਾਓ ਭੇਟ ਕਰ ਰਹੇ ਨੇ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਜਿੱਥੇ ਆਪਾਂ ਜਿੱਤ ਵੱਲ ਨੂੰ ਵਧੇ ਹਾਂ, ਇੱਥੇ ਤੁਹਾਡੇ ਲਈ ਇਹ 1 ਸਾਲ ਦਾ ਸਮਾਂ ਪ੍ਰੀਖਿਆ ਦਾ ਸਮਾਂ ਸੀ। ਤੁਸੀਂ ਆਪਣੇ ਤੇ ਭਰਾਇਆਂ ਸਾਰਿਆਂ ਨੂੰ ਪਰਖ ਲਿਆ। ਤੁਸੀਂ ਜਾਣ ਲਿਆ ਇਸ ਮੁਸ਼ਕਲ ਦੀ ਘੜੀ 'ਚ ਕਿਸਾਨ ਨਾਲ ਕਿਹੜਾ ਖੜਿਆ, ਕਿਸਾਨ ਦੇ ਪਿੱਛੇ ਕਿਹੜਾ ਜਾ ਖੜਿਆ। ਬੇਸ਼ੱਕ ਅੱਜ ਤੁਸੀਂ ਜਿਹੜੇ ਤੁਹਾਡੇ ਨਾਲ ਨਹੀਂ ਖੜੇ, ਅੱਜ ਉਹਨਾਂ ਦੇ ਪਿੱਛੇ ਜਾ ਕੇ ਖੜ ਰਹੇ ਹੋ। ਔਰ ਜਥੇਬੰਦੀ ਵੱਲੋਂ ਤੁਹਾਨੂੰ ਅਪੀਲ ਆ, ਇਹ ਜਿਹੜੀ ਹੁਣ ਇਲੈਕਸ਼ਨ ਨਹੀਂ, ਇਹਨੂੰ ਅਸੀਂ ਭਰਾ ਮਾਰੂ ਜੰਗ ਕਹਿੰਦੇ ਆ। ਇਹਨੇ ਭਾਈ ਨਾਲ ਭਾਈ ਨੂੰ ਲੜਾਉਣਾ। ਔਰ ਇਹ ਪਰਿਵਾਰ ਉਸ ਜਥੇਬੰਦੀ ਨਾਲ ਜੁੜਿਆ ਜਿਹਨੇ ਕੋਈ ਜ਼ਿੰਦਗੀ 'ਚ ਇਲੈਕਸ਼ਨ ਨਹੀਂ ਲੜਨੀ, ਸਾਡੀ ਜਥੇਬੰਦੀ ਨੇ ਭਰਾਓ। ਔਰ ਜਥੇਬੰਦੀ ਵੱਲੋਂ ਤੁਸੀਂ ਸਾਰੇ ਆਜ਼ਾਦ ਆ। ਜਿਹਨੂੰ ਦਿਲ ਕਰਦਾ ਵੋਟ ਪਾਇਓ, ਸਾਡੇ ਵੱਲੋਂ ਆਜ਼ਾਦ ਹੈ। ਪਰ ਭਰਾ ਨਾ ਲੜਿਓ, ਇਹਦੇ ਤੋਂ ਬਚ ਕੇ ਰਿਓ। ਔਰ ਜਿਹੜਾ ਇਹ ਜ਼ੁਲਮ ਢਾ ਰਹੀਆਂ ਸਰਕਾਰਾਂ, ਇਹਦੇ ਖਿਲਾਫ ਲੜਨ ਲਈ ਹਰ ਵੇਲੇ ਤਤਪਰ ਰਿਓ। ਇਹੀ ਸਾਡੀ ਸਰਦਾਰ ਜੋਗਿੰਦਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਆ। ਇੱਕ ਲੇਖਕ ਨੇ ਬੜੇ ਵਧੀਆ ਬੋਲ ਲਿਖਿਆ, ਉਹ ਕਹਿੰਦਾ ਨਾ ਦੇਵੋ ਸ਼ਰਧਾਂਜਲੀ, ਨਾ ਦੇਵੋ ਸ਼ਰਧਾਂਜਲੀ, ਸ਼ਰਧਾਂਜਲੀ 'ਚ ਕੀ ਪਿਆ, ਜਾਣ ਵਾਲੇ ਦੀ ਸੋਚ ਨੂੰ ਅਪਣਾ ਲਓ, ਜਾਣ ਵਾਲਾ ਜੀ ਪਿਆ। ਇਸ ਕਰਕੇ ਜੇਕਰ ਅਸੀਂ ਇਸ ਜ਼ਬਰ ਜ਼ੁਲਮ ਦੀ ਲੜਾਈ 'ਚ, ਜਿਹਦੇ ਵਾਸਤੇ ਸਰਦਾਰ ਜੋਗਿੰਦਰ ਸਿੰਘ ਨੂੰ, ਅਨੂਪ ਸਿੰਘ ਨੂੰ ਸਾਡੇ ਨਾਲ ਤੋਰਿਆ, ਉਸ ਲੜਾਈ ਵਿੱਚ ਜਦ ਤੱਕ ਇਹ ਲੜਾਈ ਖਤਮ ਨਹੀਂ ਹੋ ਜਾਂਦੀ, ਅਸੀਂ ਸਦਾ ਹੀ ਇਸ ਸਰਦਾਰ ਜੋਗਿੰਦਰ ਸਿੰਘ ਦੀ ਸੋਚ 'ਤੇ ਪਹਿਰਾ ਦਿੰਦੇ ਰਵਾਂਗੇ। ਇਹੀ ਪ੍ਰੇਰਣਾ ਅੱਜ ਉਹਨਾਂ ਦੇ ਇਸ ਸਮਾਗਮ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਨਸਾਨ ਵਾਸਤੇ 7 ਬਗਾਨਿਆਂ ਦੀਆਂ ਅੱਖਾਂ ਦੇ ਵਿੱਚੋਂ ਵੀ ਪਿਆਰ ਦੇ ਹੰਝੂ ਨਿਕਲਦੇ ਤੇ ਇਨਸਾਨ ਦਾ ਜਾਣਾ ਜਿਹੜਾ ਉਹ ਬਿਲਕੁਲ ਸਫਲ ਹੈ, ਬਿਲਕੁਲ ਸਫਲ ਹੈ। ਰੱਬ ਨੂੰ ਇੱਕ ਦਿਨ ਕਿਸੇ ਨੇ ਕਿਹਾ ਸੀ, ਕਹਿੰਦੇ ਰੱਬ ਜੀ ਚੰਗੇ ਲੋਕਾਂ ਦੀ ਗਿਣਤੀ ਬੜੀ ਘਟ ਗਈ ਹੈ। ਰੱਬ ਕਹਿੰਦਾ ਤੁਹਾਡੀਆਂ ਅਰਦਾਸਾਂ ਦੀ ਸਦਕਾ। ਕਹਿੰਦੇ ਜੀ ਕਿਵੇਂ? ਕਹਿੰਦੇ ਜਦੋਂ ਕੋਈ ਚੰਗਾ ਜਾਂਦਾ ਤੁਸੀਂ ਕਹਿੰਦੇ ਰੱਬ ਜੀ ਆਪਣੇ ਚਰਨਾਂ 'ਚ ਨਿਵਾਸ ਦਿਓ। ਮੈਂ ਹੁਣ ਉਹਨਾਂ ਸਾਰਿਆਂ ਨੂੰ ਨਿਵਾਸ ਦੇ ਦਿੱਤਾ ਚਰਨਾਂ ਦੇ ਵਿੱਚ, ਤੇ ਚੰਗੇ ਲੋਕ ਸੰਸਾਰ ਤੋਂ ਘਟਦੇ ਜਾਂਦੇ ਨੇ। ਮੈਂ ਅਖੀਰ ਵਿੱਚ ਇਹੋ ਕਹੂੰਗਾ, ਰੱਬ ਜੀ ਸਰਦਾਰ ਜੋਗਿੰਦਰ ਸਿੰਘ ਵਰਗੇ ਚੰਗੇ ਇਨਸਾਨ ਜਿਹੜੇ ਉਹ ਬਾਰ-ਬਾਰ ਸੰਸਾਰ ਦੇ ਉੱਤੇ ਆਉਂਦੇ ਰਹਿਣ, ਤਾਂ ਕਿ ਇਸ ਸੰਸਾਰ ਦੀ ਫੁਲਵਾੜੀ ਜਿਹੜੀ ਉਹ ਚੰਗੀ ਬਣੀ ਰਹੇ। ਮਾੜਿਆਂ ਦਾ ਕੋਈ ਅੰਤ ਨਹੀਂ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਰੀ ਗੁਰੂ ਕੀ ਸਿੱਖ ਸੰਗਤ ਦਾ, ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ। ਵੀਰ ਅਨੂਪ ਸਿੰਘ ਜੀ, ਉਹਨਾਂ ਦੇ ਛੋਟੇ ਵੀਰ ਰਾਜਵਿੰਦਰ ਸਿੰਘ ਜੀ ਤੇ ਬਾਪੂ ਜੀ ਦੀਆਂ ਪੁੱਤਰੀਆਂ, ਜੋ ਸਾਰਾ ਪਰਿਵਾਰ ਹੀ ਆਪਣੇ ਘਰਾਂ ਦੇ ਵਿੱਚ ਮਿਹਨਤ ਦੀ ਜ਼ਿੰਦਗੀ ਕਰਕੇ ਤੇ ਚੰਗੀ ਜ਼ਿੰਦਗੀ ਬਸਰ ਕਰ ਰਿਹਾ। ਗੁਰੂ ਕਿਰਪਾ ਕਰੇ, ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰੇ। ਤੁਸੀਂ ਜਿੰਨੇ ਵੀ ਚੱਲ ਕੇ ਆਏ ਹੋ, ਤੁਹਾਡਾ ਕਦਮ ਕਦਮ ਜਿਹੜਾ ਗੁਰੂ ਲੇਖੇ ਵਿੱਚ ਲਾਵੇ। ਇੰਨੀਆਂ ਕੁ ਬੇਨਤੀਆਂ ਕਰਨੀਆਂ ਪ੍ਰਵਾਨ।
ਹੁਣ ਗੁਰੂ ਕੀ ਦੇਗ ਵਰਤੇਗੀ।